ਸਿੰਘ ਸਾਹਿਬ, ਜਿਸ ਤਰ੍ਹਾਂ ਬੀਜੇਪੀ ਨਾਲ ਗੱਠਜੋੜ ਤੋੜ ਕੇ ਬਸਪਾ ਦੇ ਨਾਲ ਗੱਠਜੋੜ ਕੀਤਾ ਗਿਆ ਅਕਾਲੀ ਦਲ ਵੱਲੋਂ, ਕੀ ਤੁਹਾਨੂੰ ਲੱਗਦਾ ਵਾ ਕਿ ਇਹ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੋਈ ਅਸਰ ਪਵੇਗਾ? ਇੰਫਰਾਸਟ੍ਰਕਚਰ ਬਣਾਉਣ ਵਾਸਤੇ ਜਿਹੜੀ ਪਲੈਨਿੰਗ ਕਰਦੇ ਪਏ ਨੇ ਉਹਨਾਂ ਨੂੰ ਮੈਂ ਸੁਜੈਸ਼ਨ ਦਿੱਤੀ ਹੈ ਕਿ ਇੱਕ ਮਾਸਟਰ ਪਲਾਨ ਬਟਾਲੇ ਦਾ ਬਣਾਉਣਾ ਚਾਹੀਦਾ। ਉਹਦੇ ਤਹਿਤ ਜਿਹੜੀ ਹੈ ਸਟੇਜ ਦੇ ਵਿੱਚ ਇਸ ਤਰ੍ਹਾਂ ਫੰਡਸ ਐਂਡ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਬਣੀਆਂ ਸੜਕਾਂ ਤੋੜ ਕੇ ਤੇ ਟਾਈਲਾਂ ਲਾ ਰਹੀ, ਉਹੀ ਪੈਸਾ ਜਿਹੜਾ ਬਾਰ-ਬਾਰ ਸੜਕਾਂ ਤੇ, ਨਾਲੀਆਂ ਤੇ, ਬੱਤੀਆਂ ਤੇ, ਰੋਡਸ ਉੱਤੇ ਬਟਾਲੇ ਨੂੰ ਜਿਹੜਾ ਮਾਡਲ ਬਣਾਉਣ ਵਾਸਤੇ ਕੰਮ ਚੱਲ ਰਹੇ, ਤੁਹਾਨੂੰ ਲੱਗਦਾ ਕਿ ਉਹ 'ਚ ਕੋਈ ਨਾ ਕੋਈ ਅਜਿਹੀ ਕਮੀਆਂ? ਮਤਲਬ ਤੇ ਇਹ ਤੇ ਐਸਟੈਬਲਿਸ਼ਡ ਹੈ ਕਿ ਜਿਹੜੀ ਪਹਿਲੇ ਪਲੈਨਿੰਗ ਹੋਈ ਹੈ 150 ਕਰੋੜ ਦੀ, ਉਹ ਗਲਤ ਹੋਈ ਹੈ। ਉਹਨਾਂ ਨੇ ਉਸ ਵੇਲੇ ਅੰਕਲਨ ਹੀ ਨਹੀਂ ਕੀਤਾ ਪੁਰਾਣਾ ਜਿਹੜਾ ਸੀਵਰੇਜ ਹੈ ਜਾਂ ਪੁਰਾਣਾ ਪਾਣੀ ਦਾ ਜਿਹੜਾ ਸਿਸਟਮ ਸੀ ਉਹਦੇ ਬਾਰੇ ਉਹਨਾਂ ਨੇ ਸੋਚਿਆ ਹੀ ਨਹੀਂ। ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਬਿੱਲ ਪਾ ਕੇ ਪੈਸੇ ਹੀ ਕਢਾਏ ਜਾਣੇ ਆ ਇਹਦੇ ਉੱਤੇ। ਇਹ ਪੈਸੇ ਜਿਹੜੇ ਆ, ਇਹਦਾ ਪੈਸੇ ਦਾ ਦੁਰਉਪਯੋਗ ਜਿਹੜਾ ਹੋਣਾ ਵਾ, ਅਸੀਂ ਇਸ ਚੀਜ਼ ਨੂੰ ਬਿਲਕੁਲ ਅਪੋਜ਼ ਕਰਾਂਗੇ ਔਰ ਇਸ ਚੀਜ਼ ਦਾ ਆਫਿਸਰ ਕੰਸਰਨ ਨੂੰ ਵਾਰਨ ਵੀ ਕਰ ਰਹੇ ਹਾਂ ਕਿ ਅਸੀਂ ਜਿਹੜਾ ਸ਼ਹਿਰ ਦਾ ਪੈਸਾ ਕਿਤੇ ਅਸੀਂ ਮਿਸਯੂਜ਼ ਨਹੀਂ ਹੋਣ ਦੇਣਾ। ਆਹ ਪੁਰਾਣਾ ਜਿਵੇਂ ਚੱਲਦਾ ਪਿਆ ਅੱਜ ਤੱਕ ਕਿਸ ਤਰ੍ਹਾਂ ਕਹਿ ਕੇ ਅੰਮ੍ਰਿਤ ਯੋਜਨਾ ਲਾਗੂ ਹੁੰਦੇ ਪੈ ਗਿਆ। ਇਹ 6 ਮਹੀਨੇ ਨਹੀਂ ਹੋਏ, 3 ਮਹੀਨੇ ਨਹੀਂ ਹੋਏ ਸਾਡੇ ਅੰਮ੍ਰਿਤ ਯੋਜਨਾ ਦਾ ਕੰਮ ਸ਼ੁਰੂ ਹੋਇਆ। ਕਿੰਨਾ ਮਹੀਨੇ ਕੀ ਹੋ ਗਿਆ ਜਿਹੜਾ ਸਾਡਾ ਸਾਰਾ ਸੀਵਰੇਜ ਪੈ ਗਿਆ? ਸਿੰਘ ਸਾਹਿਬ, ਕੋਈ ਬਟਾਲਾ ਦੇ ਜੋ ਕੰਮ ਚੱਲ ਰਹੇ ਉਹ 'ਚ ਜਿਸ ਤਰ੍ਹਾਂ ਆਪਣੇ ਬਾਜਵਾ ਸਾਹਿਬ ਜਾਂ ਅਸ਼ਵਨੀ ਸ਼ੇਖੜੀ ਜੀ ਉਹ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਵੀ ਮੈਂ ਇਹ ਕੰਮ ਬਹੁਤ ਵਧੀਆ। ਪੈਸੇ ਦੀ ਦੁਰਵਰਤੋਂ ਹੋ ਰਹੀ ਹੈ, ਪੈਸਾ ਪਲੈਨਿੰਗ ਦੇ ਹਿਸਾਬ ਨਾਲ ਨਹੀਂ ਲੱਗ ਰਿਹਾ। ਮੇਰੇ ਕੋਲ ਡਾਟਾ ਹੈ ਕਿ 2007 ਤੋਂ ਲੈ ਕੇ 2014-15 ਤੱਕ ਆਲਮੋਸਟ 450 ਕਰੋੜ ਰੁਪਏ ਸ਼ਹਿਰ ਨੂੰ ਆਇਆ। ਅੱਜ ਅਸੀਂ ਉਸ ਵੈਲਿਊ ਟਰਮਸ ਵਿੱਚ ਕਨਵਰਟ ਕਰੀਏ ਤਾਂ ਉਹਦਾ 900 ਕਰੋੜ ਰੁਪਇਆ ਬਣਦਾ ਹੈ। ਉਹ 450 ਕਰੋੜ ਜਿਹੜਾ ਤੁਸੀਂ ਕਹਿ ਰਹੇ ਉਹ ਸ਼ਹਿਰ ਦੇ ਵਿੱਚ ਲਾਇਆ ਹੀ ਨਹੀਂ ਗਿਆ, ਜਾਂ ਉਹ ਉਸ ਤਰ੍ਹਾਂ ਦਾ ਉਸ ਸਟੈਂਡ ਹੈ, ਜਾਂ ਉਹਦਾ ਜਿਹੜਾ ਨਵੀਨੀਕਰਨ ਕਰਨਾ ਸੀ ਉਹਨੂੰ ਕੀਤਾ ਹੀ ਨਹੀਂ ਗਿਆ? ਮੈਨੂੰ ਸਮਝ ਨਹੀਂ ਆ ਰਹੀ ਇਹ ਪੈਸਾ ਗਿਆ ਕਿ ਤੁਸੀਂ ਵੀ ਮੇਰੇ ਤੁਸੀਂ ਸ਼ਹਿਰ ਦੇ ਜਨਤਾ ਹੋ, ਤੁਸੀਂ ਦੇਖ ਲਓ ਕਿਹੜੀ ਚੀਜ਼ ਤੁਹਾਨੂੰ ਨਵੀਂ ਨਜ਼ਰ ਆ। ਲਾਈਟ ਆਫ ਨੇਸ਼ਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਬਟਾਲਾ ਵਿਖੇ ਇੰਦਰ ਸੇਖੜੀ ਜੀ ਦੇ ਦਫ਼ਤਰ ਵਿਖੇ ਪਹੁੰਚੇ ਹਾਂ, ਜਿੱਥੇ ਇੰਦਰ ਸੇਖੜੀ ਜੀ ਆਉਣ ਵਾਲੀ ਵਿਧਾਨ ਸਭਾ ਜਿਹੜੀਆਂ ਇਲੈਕਸ਼ਨ ਆ 2022 ਦੀਆਂ, ਉਹਨਾਂ ਵਿੱਚ ਬਤੌਰ MLA ਦੀ ਜਿਹੜੀ ਇਲੈਕਸ਼ਨ ਲੜਨ ਜਾ ਰਹੇ ਨੇ। ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਜਾਂਦੀ ਹੈ ਜਾਂ ਨਹੀਂ, ਜਾਂ ਇਹਨਾਂ ਦੀ ਵਿਰੋਧਤਾ ਵਜੋਂ ਕੋਈ ਹੋਰ ਚਿਹਰਾ ਸਾਹਮਣੇ ਆਉਂਦਾ। ਇਹਨਾਂ ਤੋਂ ਪੁੱਛਦੇ ਹਾਂ ਕਿ ਆਉਣ ਵਾਲੀ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਸਤੇ ਜਾਂ ਬਟਾਲੇ ਦੀ ਡਿਵੈਲਪਮੈਂਟ ਵਾਸਤੇ ਇਹ ਕੀ ਕਰਨਗੇ। ਹਾਂਜੀ ਸੇਖੜੀ ਸਾਹਿਬ, ਧੰਨਵਾਦ ਜੀ ਤੁਹਾਡਾ, ਤੁਸੀਂ ਸਾਡੇ ਚੈਨਲ ਦੇ ਰੂਬਰੂ ਹੋਏ ਜੀ। ਲਾਈਟ ਆਫ ਨੇਸ਼ਨ ਦਾ ਮੈਂ ਸ਼ੁਕਰਗੁਜ਼ਾਰ ਹਾਂ, ਤੁਸੀਂ ਮੇਰੇ ਕੋਲ ਆਏ ਹੋ ਔਰ ਮੈਂ ਤੁਹਾਡਾ ਮੈਂ ਆਪਣੇ ਦਿਲ ਦੀ ਗਹਿਰਾਈਆਂ ਨੂੰ ਥੈਂਕਫੁਲ ਹਾਂ। ਔਰ ਆਪਾਂ ਹੁਣ ਜਿਹੜੀ ਡਿਸਕਸ਼ਨ ਕਰਾਂਗੇ, ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਤੁਹਾਨੂੰ ਸਾਰੇ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗਾ। ਜਿਹੜੀਆਂ ਆਉਣ ਵਾਲੀਆਂ 2022 ਦੀਆਂ ਇਲੈਕਸ਼ਨਾਂ, ਉਹਨਾਂ ਵਿੱਚ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਤੁਸੀਂ ਸ਼ਹਿਰੀ ਤੌਰ ਤੇ ਜਿਹੜਾ MLA ਦੀ ਜਿਹੜਾ ਵਾ ਆਉਣ ਵਾਲਾ ਚਿਹਰਾ ਹੋਵੇ, 2022 ਦੀਆਂ ਤੁਹਾਨੂੰ ਜਿਹੜੀ ਹੈ ਉਹ ਵਿਧਾਨ ਸਭਾ ਜਿਹੜਾ ਬਟਾਲੇ ਤੇ ਜਿਹੜਾ ਸੇਵਾ ਦਾ ਜਿਹੜਾ ਵਾ ਉਹ ਮੌਕਾ ਦਿੱਤਾ ਜਾਏਗਾ, ਉਹਦੇ ਵਿੱਚ ਤੁਸੀਂ ਕੀ ਰੋਲ ਅਦਾ ਕਰੋਗੇ? ਮੈਂ ਸਿਰਫ ਤੁਹਾਨੂੰ ਇਸ ਬਾਰੇ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਸਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਪਹਿਲੇ ਜ਼ਿਆਦਾਤਰ ਪੇਂਡੂ ਭਰਾਵਾਂ ਦੀ ਜ਼ਿਆਦਾ ਨੁਮਾਇੰਦਗੀ ਦੇ ਵਿੱਚ ਇਹ ਜਾਣੀ ਜਾਂਦੀ ਸੀ। ਜਿਸ ਦਿਨ ਦਾ ਅਕਾਲੀ ਭਾਜਪਾ ਦਾ ਅਕਾਲੀ ਜਿਹੜਾ ਸੀ ਅਲਾਇੰਸ ਟੁੱਟਿਆ, ਉਸ ਤੋਂ ਮੈਂ ਤਾਂ ਕਹਾਂਗਾ ਅੱਜ ਤੋਂ 8-10 ਸਾਲ ਪਹਿਲੇ ਜਦੋਂ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਐਜ਼ ਏ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਦਾ ਅਹੁਦਾ ਚੁੱਕਿਆ, ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਹੈ, ਉਸ ਦਿਨ ਤੋਂ ਇੱਕ ਉਹਨਾਂ ਨੇ ਆਪਣੀ ਤਿਆਰੀ ਸ਼ੁਰੂ ਕਰਤੀ ਸੀ ਕਿ ਮੈਂ ਸਾਰੇ ਪੰਜਾਬੀ ਭਰਾ ਇੱਕ ਲੜੀ 'ਚ ਪਰੋਣੇ ਆ। ਤੇ ਜਿੱਥੇ ਜਿੱਥੇ ਉਹਨਾਂ ਨੂੰ ਚੰਗੇ ਉਹਨਾਂ ਨੂੰ ਆਪਣੀ ਸੋਚ ਨਾਲ ਰਲਦੇ ਬੰਦੇ ਨਜ਼ਰ ਆਏ, ਉਹਨਾਂ ਨੇ ਅਕਾਲੀ ਦਲ 'ਚ ਜੁਆਇਨ ਕਰਾਉਣਾ ਸ਼ੁਰੂ ਕਰਾ ਦਿੱਤੇ ਸੀ। ਉਸੇ ਲੜੀ ਦੇ ਵਿੱਚ ਅੱਜ ਤੋਂ 4 ਸਾਲ ਪਹਿਲਾਂ ਮੈਨੂੰ ਪ੍ਰਧਾਨ ਜੀ ਨੇ ਅਕਾਲੀ ਦਲ ਫੈਮਿਲੀ 'ਚ ਜੁਆਇਨ ਕਰਾਇਆ ਸੀ ਔਰ ਮੇਰੀ ਬਾਂਹ ਫੜੀ ਸੀ ਔਰ ਕਿਹਾ ਸੀ ਮੈਨੂੰ ਕਿ ਇੰਦਰ ਤੂੰ ਮੇਰੀ ਫੈਮਿਲੀ ਦੇ ਵਿੱਚ ਆਪਾਂ ਇਕੱਠੇ ਰਲ ਕੇ ਪੰਜਾਬ ਨੂੰ ਅੱਗੇ ਜਾਣਾ। ਉਸੇ ਤਹਿਤ ਮੈਂ ਅਕਾਲੀ ਦਲ ਜੁਆਇਨ ਕੀਤਾ ਸੀ ਔਰ
मैं प्रधान जी का शुक्रगुजार हाँ कि उन्होंने मैंने इन्नी ऑनर दी है और मैं अपनी तनदेही नाल पूरा ईमानदारी नाल मैं पार्टी वास्ते काम कर रहा। बाकी जी दूसरी गल तुसीं कही है कि इतों नुमाइंदगी लोधी नंगल साहब जी की साढ़े पहले है ने साढ़े सिटिंग MLA वही ने मेरे सीनियर नेता ने। शहर जोड़ा वा साडा कॉन्स्टिट्यूएंसी के शहर की जी आबादी है ऑलमोस्ट 60% 65% 70% के कोल शहरी आबादी पैंदी तो शहर के सेवादार के होने वास्ते शहरियों की ज़्यादातर यही साढ़े बटाले की जी एक सोच है सारिया की वो है कि जोड़ा उन्होंने इलैक्टेड MLA होवे ये उन्होंने विच ही रहिंदा होना चाहिए, बटाले का ही निवासी होना चाहिए ताकि उन्होंने ईजीली अप्रोच कर सकन ते उन्होंने जिहड़ियां जरूरतां ने हर तरह की पर्सनल या डिवेलपमेंट दी उन्होंने हिसाब नाल ओदी तैयारी करके या उन्होंने हक हो लिया के दे सके। उस पैरामीटर के तहत मैं अपने आप को काफ़ी सूटेबल समझना कि मैं अपने इलाके के लोगों की चाहे शहरी ने चाहे मेरे पेंडू भरा ने मैं सारिਆਂ ਦੀ दिलदही ਨਾਲ अपने दिलों पूरी सेवा कर सकता और मैं इस गल का समर्थ है कि उन्होंने किसी तरीके की भी कोई शिकायत अपने MLA को या अपने लीडर को ना हो। तो सेठी साहब जिस तरह बीजेपी नाल गठजोड़ तोड़ के बसपा दे नाल गठजोड़ किया गया अकाली दल वालों की तुहानूं लगदा वा कि आउण वाली इलैक्शनां दे विच इहदा कोई असर पवेगा? ਜਦੋਂ ਦਾ बीजेपी ने अलायंस छड्डिया ਜਿਹੜਾ बीजेपी ने अलायंस टुटा ਉਹਦੇ ਪਿੱਛੇ ਮੇਜਰ ਕਾਰਨ ਸਾਡਾ पेंडू भाईचारा ਜਿਹੜਾ ਕਿ ਸਫਰ ਕਰ ਰਿਹਾ ਹੈ ਬਿਕੋਜ਼ ਆਫ ਤਿੰਨ ਜਿਹੜੇ ਕਾਲੇ ਕਾਨੂੰਨ ਬਣੇ ਨੇ ਖੇਤੀਬਾੜੀ ਦੇ ਖਿਲਾਫ ਉਹਦੇ ਕਰਕੇ पेंडू ਭਾਈਚਾਰੇ ਦੇ ਸਫਰ ਹੋਣ ਦਾ ਜਿਹੜਾ ਅੰਦੇਸ਼ਾ ਹੈ ਜਿਹਦੇ ਕਰਕੇ ਅਲਾਇੰਸ ਸਾਡੀ ਪਾਰਟੀ ਨੇ ਉਹਨਾਂ ਤੋੜਿਆ। ਅਸੀਂ ਸਾਡੇ ਪ੍ਰਧਾਨ ਜੀ ਨੇ ਬੋਲਡ ਡਿਸੀਜਨ ਲੈ ਕੇ ਆਪਣੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਨਾਲ ਖੜੇ ਹੁੰਦੇ ਆ ਇਹ ਡਿਸੀਜਨ ਲੈ ਕੇ ਅਲਾਇੰਸ ਤੋੜੀ ਹੈ ਜਿਹੜੀ ਬੜਾ ਵੱਡਾ ਔਰ ਬੋਲਡ ਡਿਸੀਜਨ ਹੈ। ਪਰ ਉਹਦੇ ਨਾਲ ਹੀ ਪ੍ਰਧਾਨ ਜੀ ਨੇ ਜਿਹੜੀ ਭਾਜਪਾ ਦੀ ਵੋਟ ਬੈਂਕ ਹੈ ਉਹਨੂੰ ਕਵਰ ਅਪ ਕਰਨ ਵਾਸਤੇ ਸ਼ਹਿਰੀ ਭਰਾਵਾਂ ਨੂੰ ਨਾਲ ਨੁਮਾਇੰਦਗੀ ਪਾਰਟੀ ਦੇ ਵਿੱਚ ਦਿੱਤੀ ਹੈ ਔਰ ਸਾਰੇ ਸ਼ਹਿਰੀ ਭਰਾ ਜਿਹੜੇ ਨਾਲ ਆਪਣੀ ਉਹਨਾਂ ਦੀ ਬਾਂਹ ਫੜ ਕੇ ਇੱਕ ਵੱਡੀ ਜਿਹੜੀ ਅਕਾਲੀ ਦਲ ਦੇ ਵਿੱਚ ਇੱਕ ਪੰਜਾਬੀਅਤ ਦੀ ਸਾਰੀ ਸੋਚ ਨੂੰ ਕੈਰੀ ਕਰਨ ਵਾਸਤੇ ਉਹਨਾਂ ਨੇ ਇੱਕ ਪਾਰਟੀ ਕ੍ਰੀਏਟ ਕਰਨ ਦਾ ਉਹਨਾਂ ਨੇ ਇੱਕ ਏਜੰਡਾ ਰੱਖਿਆ ਜਿਹਦੇ ਤਹਿਤ ਉਹਨਾਂ ਨੇ बसपा नाल भी बहुजन समाज पार्टी नाल भी अलायंस किया और प्रॉब्ली मैं जो ये गल साडी पार्टी डिस्कस हुई है इस गल का समर्थन करने वाला सब तो प्रॉब्ली मैं पहला इंसान सी जिहड़ा मैंने प्रधान जी ने इस गल की ये सोच दी उन्होंने जिहड़ी है कि लड़ी ने शहरी भरा जिहड़े बसपा दे नाल प्यार करने वाले उन्होंने नाल जोड़िया पेंडू भरा यही तीन सैगमेंट ने सारे बटाले दे सारे पंजाब के जिहड़े कॉन्स्टिट्यूट करते हैं मेजर वोट बैंक ने और जिन्हों दी सारिया दी जरूरत सरकार ने पूरियां करनियां ने उहदे तहत ही साडे प्रधान जी ने जिहड़े 13 मुकाती प्रोग्राम अनाउंस किया कि साडी आने वाली सरकार सारे पंजाबियों वास्ते पूरा जोर ला के काम करने वाली है और सारिया दी जरूरतों को मद्देनजर रखते हुए ये फैसले किए हैं चाहे वो बच्चों का फ्यूचर है साडी एजुकेशन का चाहे हैल्थ का चाहे इनकम का चाहे साडे जिहड़े बहुत गरीब तबके जिहड़ा कार्ड होल्डर ਜਿਹੜਾ ਬਲੂ ਕਾਰਡ ਹੋਲਡਰ ਨੇ ਉਹਨਾਂ ਨੂੰ ਅਸੀਂ 2000 ਰੁਪਏ ਜਿਹੜਾ ਮਹੀਨਾ ਪੈਨਸ਼ਨ ਦੇਣ ਦਾ ਮਾਤਾ ਜੋ ਹੈਡ ਆਫ ਦੀ ਫੈਮਿਲੀ ਨੂੰ ਲੇਡੀ ਨੂੰ 2000 ਰੁਪਏ ਦੀ ਐਡੀਸ਼ਨਲ ਪੈਨਸ਼ਨ ਦੇਣ ਦਾ ਅਸੀਂ ਫੈਸਲਾ ਕੀਤਾ। ਇਹ ਕਈ ਚੀਜ਼ਾਂ ਨੇ ਜਿਹੜੀਆਂ ਬੜੀਆਂ ਦੂਰ ਅੰਦੇਸ਼ੀ ਦੇ ਨਾਲ ਸੋਸ਼ਲ ਸਟਰਕਚਰ ਨੂੰ ਸਟਰੈਂਥਨ ਕਰਨ ਵਾਸਤੇ ਲੋਕਾਂ ਵਾਸਤੇ ਜੌਬ ਕ੍ਰੀਏਸ਼ਨ ਕਰਨ ਵਾਸਤੇ ਇਹ ਸਾਰੇ ਫੈਸਲੇ ਲਿੱਤੇ ਗਏ ਨੇ ਜਿਹਦੇ ਪ੍ਰਧਾਨ ਜੀ ਨੇ ਇਹ ਵੀ ਅਸ਼ੋਰੈਂਸ ਦਿੱਤੀ ਹੈ ਕਿ 1 ਲੱਖ ਸਰਕਾਰੀ ਨੌਕਰੀ 10 ਲੱਖ ਅਸੀਂ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀਆਂ ਦੇਵਾਂਗੇ 400 ਯੂਨਿਟ ਬੱਤੀ ਫ੍ਰੀ ਫॉर ਆਲ ਰੈਜ਼ੀਡੈਂਸਿਸ ਸਾਰੇ ਘਰਾਂ ਦਾ ਕਿਸੇ ਕੋਈ ਕੋਈ ਪਿੰਡੂ ਦਾ ਸ਼ਹਿਰੀ ਦਾ ਹਰੀਜਨ ਦਾ ਖੱਤਰੀ ਦਾ ਜੱਟ ਦਾ ਕਿਸੇ ਦਾ ਕੋਈ ਰੈਲੇਵੈਂਸ ਨਹੀਂ ਸਾਰੇ ਪੰਜਾਬੀ ਭਰਾਵਾਂ ਦਾ। ਸਿਗਰੀ ਸਾਹਿਬ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਬਣਨ ਤੋਂ ਪਹਿਲਾਂ ਕਾਫੀ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਜਾਂਦੇ ਆ ਲੇਕਿਨ ਹੁੰਦਾ ਕੀ ਹੈ ਕਿ ਜਦੋਂ ਸਰਕਾਰ ਬਣ ਜਾਂਦੀ ਹੈ ਉਹਦੇ ਤੋਂ ਬਾਅਦ 'ਚ ਜਿਹੜਾ MLA ਉਹਦੀ ਪਬਲਿਕ ਡੀਲ ਨਹੀਂ ਕਰਦਾ। ਜੇ ਪ੍ਰਮਾਤਮਾ ਕਿਰਪਾ ਕਰਦਾ ਤੁਹਾਨੂੰ ਸੀਟ ਮਿਲਣ ਤੋਂ ਬਾਅਦ ਤੁਸੀਂ ਬਟਾਲੇ ਤੋਂ MLA ਬਣਦੇ ਜੀ ਤੇ ਕੀ ਤੁਸੀਂ ਬਟਾਲਾ ਵਾਸੀਆਂ ਵਾਸਤੇ ਕੀ ਖਾਸ ਕਰੋਗੇ ਜਿਹੜਾ ਜੋ ਲੋਧੀ ਨੰਗਲ ਸਾਹਿਬ ਨਹੀਂ ਕਰ ਪਾਏ ਜਾਂ ਪਹਿਲਾਂ ਦੇ ਇੱਥੇ ਤੁਹਾਡੇ ਭਰਾਤਾ ਅਸ਼ਵਨੀ ਸ਼ੇਖੜੀ ਜੀ ਉਹ ਨਹੀਂ ਕਰ ਪਾਏ ਤੁਸੀਂ ਇਹਨਾਂ ਵਾਸਤੇ ਕੀ ਖਾਸ ਕਰੋਗੇ? मैं जे MLA नहीं है इलाके का हाले तक
ਤੇ ਮੈਂ ਆਪਣੀ ਸ਼ਹਿਰ ਬਾਰੇ ਜਿਹੜੀ ਡਿਊਟੀ ਹੈ ਮੈਂ ਹਾਲੇ ਵੀ ਪੁਰਜੋਰ ਨਾਲ ਪੂਰੇ ਤਹਿਦੀਲੀ ਨਾਲ ਆਪਣੀ ਜਿਹੜੀ ਨਿਭਾ ਰਿਹਾ। ਜਿੱਥੇ ਜਿੱਥੇ ਮੈਨੂੰ ਕਮੀਆਂ ਨਜ਼ਰ ਆਉਂਦੀਆਂ ਮੈਂ ਚਾਹੇ ਆਫੀਸਰ ਜਿਹੜੇ ਕੰਸਰਨ ਨੇ ਉਹਨਾਂ ਨੂੰ ਉੱਥੇ ਤੱਕ ਪਹੁੰਚਾਉਣਾ, ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਬਾਈ ਵੇ ਆਫ ਨਿਊਜ਼ ਬਾਈ ਵੇ ਆਫ ਇੰਟਰਵਿਊਜ਼ ਉਹਨਾਂ ਨੂੰ ਆਪਣੀ ਸੋਚ ਦਾ ਉੱਤੇ ਉਹਨਾਂ ਨੂੰ ਪਹੁੰਚਾਉਣਾ। ਮੈਂ ਇਹ ਚੀਜ਼ ਨਹੀਂ ਰੱਖਦਾ ਕਿ ਜਿਹੜੀ ਚੀਜ਼ ਮੈਨੂੰ ਪਤਾ ਹੈ ਤੇ ਮੈਂ ਆਪਣੀ ਜੇਬ 'ਚ ਰੱਖਾਂ ਤੇ ਜਦੋਂ ਮੈਨੂੰ ਕੋਈ ਮੌਕਾ ਮਿਲੇ ਤਾਂ ਫਿਰ ਮੈਂ ਉਹ ਕੰਮ ਕਰਾਂ। ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਡਿਵੈਲਪਮੈਂਟ ਵੱਲੋਂ ਆਪਾਂ ਬਟਾਲੇ ਨੂੰ ਕੀ ਡਿਵੈਲਪਮੈਂਟ ਦਿੱਤੀ ਜਾਏਗੀ। ਜਿਸ ਤਰ੍ਹਾਂ ਬਟਾਲੇ ਦੀ ਇੰਡਸਟਰੀ ਜਿਹੜੀ ਆ ਬਹੁਤ ਫੇਮਸ ਸੀ, ਲੇਕਿਨ ਹੁਣ ਬਟਾਲੇ ਦੀ ਇੰਡਸਟਰੀ ਵੀ ਬੜੀ ਜਿਹੜੀ ਆ ਉਹ ਡਾਊਨ ਹੋ ਗਈ ਹੈ। ਆਪਾਂ ਜੇ ਤੁਹਾਨੂੰ ਇੱਥੋਂ ਨੁਮਾਇੰਦੇ ਚੁਣੇ ਜਾਂਦੇ, ਜੇ ਤੁਸੀਂ ਐਮਐਲਏ ਬਣ ਕੇ ਸਾਹਮਣੇ ਆਉਂਦੇ ਜੇ, ਤੇ ਤੁਸੀਂ ਬਟਾਲੇ ਵਾਸਤੇ ਕੀ ਖਾਸ ਕਰੋਗੇ? ਮੇਰੀ ਜਿਹੜੀ ਸੋਚ ਹੈ ਬਟਾਲੇ ਵਾਸਤੇ, ਮੈਂ ਅੱਜ ਕੱਲ ਮੈਂ ਆਪਣੀ ਸਟੇਟਮੈਂਟ ਵੀ ਦਿੱਤੀ ਉਸ ਮਸਲੇ ਤੇ, ਜਿਹੜੀ ਤੇ ਡਿਵੈਲਪਮੈਂਟ ਦੀ ਸੋਚ ਹੈ ਮੈਂ ਇੱਕ ਪ੍ਰਪੋਜ਼ਲ ਦਿੱਤੀ ਹੈ ਕਿ ਜਿਹੜੇ ਮੌਜੂਦਾ ਵੀ ਆਫੀਸਰਸ ਨੇ ਜਾਂ ਪੋਲੀਟੀਕਲ ਇਸ ਵੇਲੇ ਇਨਫਰਾਸਟ੍ਰਕਚਰ ਬਣਾਉਣ ਵਾਸਤੇ ਜਿਹੜੀ ਪਲੈਨਿੰਗ ਕਰਦੇ ਪਏ ਨੇ, ਉਹਨਾਂ ਨੂੰ ਮੈਂ ਇਹ ਸੁਜੈਸ਼ਨ ਦਿੱਤੀ ਹੈ ਕਿ ਇੱਕ ਮਾਸਟਰ ਪਲਾਨ ਬਟਾਲੇ ਦਾ ਬਣਾਉਣਾ ਚਾਹੀਦਾ। ਉਹਦੇ ਤਹਿਤ ਜਿਹੜੀ ਹੈ ਸਟੇਜ ਦੇ ਵਿੱਚ ਇਸ ਤਰ੍ਹਾਂ ਫੰਡਸ ਆਨ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਬਣੀਆਂ ਸੜਕਾਂ ਤੋੜ ਕੇ ਤੇ ਟਾਈਲਾਂ ਲਾ ਰਹੀ, ਉਹੀ ਪੈਸਾ ਜਿਹੜਾ ਅਸੀਂ ਬਾਰ-ਬਾਰ ਸੜਕਾਂ ਤੇ ਨਾਲੀਆਂ ਤੇ ਬੱਤੀਆਂ ਤੇ ਰੋਡਸ ਉੱਤੇ ਲਾਈ ਜਾਈਏ। ਉਹ ਇੱਕ ਜਿਹੜਾ ਪਲਾਨ ਬਣੇ ਉਹਦੇ ਤਹਿਤ ਜਿਹੜਾ ਉਹ ਪੈਸਾ ਲੱਗਣਾ ਚਾਹੀਦਾ ਤਾਂ ਕਿ ਇਨਫਰਾਸਟ੍ਰਕਚਰ ਪ੍ਰੋਪਰ ਕੰਪਲੀਟ ਹੋ ਸਕੇ। ਜਿਹੜਾ ਇਸ ਟਾਈਮ ਤੇ ਸੀਵਰੇਜ ਜਾਂ ਹੋਰ ਬਟਾਲੇ ਨੂੰ ਜਿਹੜਾ ਮਾਡਲ ਬਣਾਉਣ ਵਾਸਤੇ ਕੰਮ ਚੱਲ ਰਹੇ, ਤੁਹਾਨੂੰ ਲੱਗ ਰਿਹਾ ਕਿ ਉਹ 'ਚ ਕੋਈ ਨਾ ਕੋਈ ਅਜੇ ਵੀ ਕਮੀਆਂ? ਇਹ ਜਿਹੜਾ ਤੁਸੀਂ ਕੁਐਸਚਨ ਰੇਜ਼ ਕੀਤਾ ਇਹ ਬੜਾ ਰੈਲੇਵੈਂਟ ਕੁਐਸਚਨ ਹੈ। ਇਹ ਤੇ ਉਹਨਾਂ ਨੇ ਆਪ ਖੁਦ ਐਡਮਿਟ ਕਰ ਲਿਆ, ਜਿਹੜੀ ਅੰਮ੍ਰਿਤ ਯੋਜਨਾ ਤਹਿਤ 150 ਕਰੋੜ ਅਲਾਟ ਹੋਇਆ ਹੈ, ਸੈਂਟਰਲ ਗਵਰਨਮੈਂਟ ਦੀ ਸਪਾਂਸਰਡ ਸਕੀਮ ਹੈ। ਅੱਜ ਨਵੀਂ ਗੱਲ ਜਿਹੜੀ ਹੈ ਕਾਂਗਰਸ ਗਵਰਨਮੈਂਟ ਨੇ ਅਨਾਉਂਸ ਕੀਤੀ ਹੈ ਕਿ ਇਹ 50 ਕਰੋੜ ਰੁਪਏ ਐਡੀਸ਼ਨਲ ਹੋਰ ਅਲਾਟ ਕਰਦੇ ਪਏ ਆ ਸੀਵਰੇਜ ਵਾਸਤੇ, ਪਾਣੀ ਵਾਸਤੇ, ਜਿਹੜਾ ਪੁਰਾਣਾ ਸਾਡਾ ਸਿਸਟਮ ਹੈ ਉਹਨੂੰ ਰਿਪੇਅਰ ਕਰਨ ਵਾਸਤੇ। ਇਹਦਾ ਮਤਲਬ ਤੇ ਇਹ ਤੇ ਐਸਟੈਬਲਿਸ਼ਡ ਹੈ ਕਿ ਜਿਹੜੀ ਪਹਿਲੇ ਪਲੈਨਿੰਗ ਹੋਈ ਹੈ 150 ਕਰੋੜ ਦੀ ਉਹ ਗਲਤ ਹੋਈ ਹੈ। ਉਹਨਾਂ ਨੇ ਉਸ ਵੇਲੇ ਅੰਕਲਨ ਹੀ ਨਹੀਂ ਕੀਤਾ ਪੁਰਾਣਾ ਜਿਹੜਾ ਸੀਵਰੇਜ ਹੈ ਜਾਂ ਪੁਰਾਣਾ ਪਾਣੀ ਦਾ ਜਿਹੜਾ ਸਿਸਟਮ ਸੀ ਉਹਦੇ ਬਾਰੇ ਉਹਨਾਂ ਨੇ ਸੋਚਿਆ ਹੀ ਨਹੀਂ। ਨਹੀਂ ਤੇ ਉਸੇ ਦੇ ਸਿਸਟਮ ਦੇ ਵਿੱਚ ਅੰਮ੍ਰਿਤ ਯੋਜਨਾ ਦੇ ਵਿੱਚ ਸਾਰੀ ਚੀਜ਼ ਕਵਰ ਕੀਤੀ ਜਾ ਸਕਦੀ। ਜਦ ਕਿ ਅੱਜ ਦੇ ਦਿਨ ਦੇ ਵਿੱਚ ਸਾਡਾ ਪੁਰਾਣਾ ਸੀਵਰੇਜ ਅੰਮ੍ਰਿਤ ਯੋਜਨਾ ਦੇ ਹਾਲੇ ਤੇ ਚਾਲੂ ਹੋਈ ਨਹੀਂ, ਸਾਡਾ ਪੁਰਾਣਾ ਸੀਵਰੇਜ ਤੇ ਚੱਲਦਾ ਪਿਆ। 1/3 ਐਲੋਕੇਸ਼ਨ ਹੋਰ ਨਵੀਂ ਹੋ ਗਈ, ਜਿਸ ਤਰ੍ਹਾਂ 25% 30% ਸਾਡਾ ਪੈਸੇ ਦੀ ਐਲੋਕੇਸ਼ਨ ਨਵੀਂ ਕਹਿੰਦੇ ਅਸੀਂ ਹੋਰ ਕਰ ਦਿੱਤੀ। ਸਾਡਾ 30% ਸੀਵਰੇਜ ਤੇ ਬੰਦ ਨਹੀਂ ਹੈ ਬਟਾਲੇ ਸ਼ਹਿਰ ਦਾ। ਇਹਦੇ ਬਿਲਕੁਲ ਹੀ ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਬਿੱਲ ਪਾ ਕੇ ਪੈਸੇ ਹੀ ਕਢਾਏ ਜਾਣੇ ਆ ਇਹਦੇ ਉੱਤੇ। ਇਹ ਪੈਸੇ ਜਿਹੜੇ ਆ ਇਹਦਾ ਪੈਸੇ ਦਾ ਦੁਰਉਪਯੋਗ ਜਿਹੜਾ ਹੋਣਾ ਵਾ, ਅਸੀਂ ਇਸ ਚੀਜ਼ ਨੂੰ ਬਿਲਕੁਲ ਅਪੋਜ਼ ਕਰਾਂਗੇ ਔਰ ਇਸ ਚੀਜ਼ ਦਾ ਆਫੀਸਰ ਕੰਸਰਨ ਨੂੰ ਇਹ ਵਾਰਨ ਵੀ ਕਰ ਰਹੇ ਹਾਂ ਕਿ ਅਸੀਂ ਜਿਹੜਾ ਸ਼ਹਿਰ ਦਾ ਪੈਸਾ ਕਿਤੇ ਅਸੀਂ ਮਿਸਯੂਜ਼ ਨਹੀਂ ਹੋਣ ਦੇਣਾ। ਪਹਿਲੇ ਇਸ ਚੀਜ਼ ਦਾ ਆਕਲਨ ਕਰੋ ਕਿ 25-30% ਜਿਹੜਾ ਸਾਡਾ ਸੀਵਰੇਜ ਖਰਾਬ ਹੈ ਜਾਂ ਪਾਣੀ ਦੇ ਜਿਹੜੇ ਸਾਡੇ ਸਿਸਟਮ ਖਰਾਬ ਨੇ ਆਇਡੈਂਟੀਫਾਈ ਕੀਤੇ ਜਾਣ। ਜਦ ਸਾਰਾ ਪੁਰਾਣਾ ਸੀਵਰੇਜ ਚੱਲਦਾ ਪਿਆ ਤਾਂ ਅੱਜ ਇੱਕਦਮ ਕਿਸ ਤਰ੍ਹਾਂ ਬਹਿ ਕੇ ਅੰਮ੍ਰਿਤ ਯੋਜਨਾ ਲਾਗੂ ਹੁੰਦੇ ਹੀ ਬਹਿ ਗਿਆ। ਇਹ 6 ਮਹੀਨੇ ਨਹੀਂ ਹੋਏ, 3 ਮਹੀਨੇ ਨਹੀਂ ਹੋਏ ਸਾਡੇ ਅੰਮ੍ਰਿਤ ਯੋਜਨਾ ਦਾ ਕੰਮ ਸ਼ੁਰੂ ਹੋਇਆ। 3 ਮਹੀਨੇ ਕੀ ਹੋ ਗਿਆ ਜਿਹੜਾ ਸਾਡਾ ਸਾਰਾ ਸੀਵਰੇਜ ਬਹਿ ਗਿਆ ਜਾਂ 30% ਸੀਵਰੇਜ ਹੀ ਬਹਿ ਗਏ। ਸੇਵਜੀ ਸਾਹਿਬ, ਕੁਝ ਬਟਾਲਾ ਦੇ ਜਿਹੜੇ ਕੰਮ ਚੱਲ ਰਹੇ ਉਹ 'ਚ ਜਿਸ ਤਰ੍ਹਾਂ ਆਪਣੇ ਬਾਜਵਾ ਸਾਹਿਬ ਜਾਂ ਅਸ਼ਵਨੀ ਸ਼ੇਖੜੀ ਜੀ ਉਹ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਵੀ ਮੈਂ ਇਹ ਕੰਮ ਬਹੁਤ ਵਧੀਆ ਕਰ ਰਿਹਾ, ਲੋਕੀ ਕੁਝ ਪਬਲਿਕ ਜਿਹੜੀ ਉਹ ਤੋਂ ਸੈਟੀਸਫਾਈ ਨਹੀਂ ਗੀ। ਤੁਸੀਂ ਕੀ ਕਹਿਣਾ, ਜਿੱਦਾਂ ਤੁਸੀਂ ਵੀ ਦੱਸਿਆ ਕਿ ਤੁਸੀਂ ਉਹ ਤੋਂ ਬਹੁਤਾ ਸੈਟੀਸਫਾਈ ਨਹੀਂ ਹੈਗੇ, ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਉਹ ਕੰਮ ਚੱਲ ਰਹੇ ਨੇ, ਜਿਸ ਤਰ੍ਹਾਂ ਹਸਨੀ ਦਾ ਕੰਮ ਜਾਂ ਸੀਵਰੇਜ ਦਾ ਕੰਮ ਆ ਜਾਂ ਰੋਡਾਂ ਦਾ ਕੰਮ ਆ, ਕੀ ਤੁਹਾਨੂੰ ਲੱਗਦਾ ਕਿ ਉਹ ਬੜੀ ਪਾਰਦਰਸ਼ੀ ਦੇ ਨਾਲ ਹੋ ਰਹੇ ਨੇ? ਜਿੰਨੇ ਵੀ ਕੰਮ ਹੋ ਰਹੇ ਨੇ ਇਹ ਲੋਕਾਂ ਦੀ ਵਿਮਸ ਐਂਡ ਫੈਂਸੀਜ਼ ਤੇ ਹੋ ਰਹੇ ਨੇ। ਮੈਂ ਜਿਹੜੀ ਡਿਮਾਂਡ ਰੱਖ ਰਿਹਾ ਕਿ ਇੱਕ ਮਾਸਟਰ ਪਲਾਨ ਬਟਾਲੇ ਡਿਵੈਲਪਮੈਂਟ ਦਾ ਹੋਣਾ ਚਾਹੀਦਾ, ਇੱਕ ਵਿਜ਼ਨ ਡਾਕੂਮੈਂਟ ਬਣਨਾ, ਵਿਜ਼ਨ ਮੈਪ ਬਣਨਾ ਚਾਹੀਦਾ ਸ਼ਹਿਰ ਦਾ ਕਿ ਅਸੀਂ ਕਿਸ ਲੈਵਲ ਤੇ ਕਿਹੜਾ ਪੈਸਾ ਕਿਸ ਤਰ੍ਹਾਂ ਖਰਚਣਾ। ਅਸੀਂ ਸਿਰਫ 74 ਸਾਲ ਆਫਟਰ ਇੰਡੀਪੈਂਡੈਂਸ, ਤੁਹਾਡਾ ਮਤਲਬ ਪੈਸਾ ਆ ਜ਼ਰੂਰ ਰਿਹਾ ਵਾ ਲੇਕਿਨ ਉਹਨੂੰ ਸਹੀ ਤਰੀਕੇ ਨਾਲ ਲਾਇਆ ਨਹੀਂ ਜਾ ਰਿਹਾ। ਜਿਹੜਾ ਲੱਗ ਰਿਹਾ ਵਾ ਉਹ ਠੀਕ ਨਹੀਂ ਲੱਗ ਰਿਹਾ, ਉਹ ਉਹਨਾਂ ਜਗ੍ਹਾ ਤੇ ਨਹੀਂ ਲੱਗਣਾ ਚਾਹੀਦਾ ਜਿੱਥੇ ਲੱਗ ਰਿਹਾ ਵਾ ਉਹ ਠੀਕ ਤਰੀਕੇ ਨਾਲ ਨਹੀਂ ਲੱਗ ਰਿਹਾ। ਪੈਸੇ ਦੀ ਦੁਰਵਰਤੋਂ ਹੋ ਰਹੀ ਹੈ, ਪੈਸਾ ਪਲੈਨਿੰਗ ਦੇ ਹਿਸਾਬ ਨਾਲ ਨਹੀਂ ਲੱਗ ਰਿਹਾ। ਮੇਰੇ ਕੋਲ ਡਾਟਾ ਹੈ ਕਿ 2007 ਤੋਂ ਲੈ ਕੇ 2014-15 ਤੱਕ ਆਲਮੋਸਟ 450 ਕਰੋੜ ਰੁਪਏ ਸ਼ਹਿਰ ਨੂੰ ਆਇਆ। ਅੱਜ ਅਸੀਂ ਉਸ ਵੈਲਿਊ ਟਰਮਸ ਵਿੱਚ ਕਨਵਰਟ ਕਰੀਏ ਤੇ ਉਹਦਾ 900 ਕਰੋੜ ਰੁਪਇਆ ਬਣਦਾ ਹੈ। ਉਹ 450 ਕਰੋੜ ਜਿਹੜਾ ਤੁਸੀਂ ਕਹਿ ਰਹੇ ਜੀ ਉਹ ਸ਼ਹਿਰ ਦੇ ਵਿੱਚ ਲਾਇਆ ਹੀ ਨਹੀਂ ਗਿਆ ਜਾਂ ਉਹ ਉਸ ਤਰ੍ਹਾਂ ਦਾ ਸਟੈਂਡ ਆ ਜਾਂ ਉਹਦਾ ਜਿਹੜਾ ਨਵੀਨੀਕਰਨ ਕਰਨਾ ਸੀ ਉਹਨੂੰ ਕੀਤਾ ਹੀ ਨਹੀਂ ਗਿਆ?
ਮੈਨੂੰ ਸਮਝ ਹੀ ਨਹੀਂ ਆ ਰਹੀ ਇਹ ਪੈਸਾ ਗਿਆ ਕਿੱਥੇ। ਤੁਸੀਂ ਵੀ ਮੇਰੇ ਤੁਸੀਂ ਸ਼ਹਿਰ ਦੇ ਜਨਪਲ ਹੋ, ਤੁਸੀਂ ਦੇਖ ਲਓ ਕਿਹੜੀ ਚੀਜ਼ ਤੁਹਾਨੂੰ ਨਵੀਂ ਨਜ਼ਰ ਆ ਰਹੀ। ਅੱਜ ਵੀ ਅਸੀਂ ਟੁੱਟੀਆਂ ਸੜਕਾਂ ਰਿਪੇਅਰ ਦੀ ਗੱਲ ਕਰਨ ਰਹੇ ਹਾਂ, ਜਿਹੜੀਆਂ ਪੁਰਾਣੀਆਂ ਸੜਕਾਂ ਨੇ ਉਹਨਾਂ ਉੱਤੇ ਸੀਮੈਂਟਡ ਸੜਕਾਂ ਬਣਾ ਕੇ ਕਹਿ ਰਹੇ ਹਾਂ ਕਿ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ। ਇਹ ਕਿਹੜੀ ਡਿਵੈਲਪਮੈਂਟ ਹੈ? ਜਿਹੜਾ ਪੁਰਾਣਾ ਸੜਕਾਂ ਜਿਹੜੀਆਂ ਪਈਆਂ ਨੇ ਉਹਨਾਂ ਨੂੰ ਮੋਟਰੇਬਲ ਬਣਾ ਰਹੇ ਆ, ਇਹਨੂੰ ਡਿਵੈਲਪਮੈਂਟ ਕਹਿੰਦੇ? ਇਹ ਤਾਂ ਪਹਿਲੇ ਜਿਹੜੇ ਪੈਸੇ ਲੱਗੇ ਨੇ, ਜਿਹੜੇ ਪੈਸੇ 450 ਕਰੋੜ ਰੁਪਏ ਲਿਆ ਕੇ ਲਾਇਆ ਜੇ, ਕਿੱਥੇ ਲਾਇਆ? ਜਿਹੜਾ ਅੱਜ 450 ਕਰੋੜ ਦਾ ਮਤਲਬ ਹੈ ਅੱਜ ਦੇ ਵੈਲਿਊ ਦੇ ਹਿਸਾਬ ਨਾਲ 900 ਕਰੋੜ ਰੁਪਏ ਬੰਦਾ। ਅੱਜ ਤੋਂ 5 ਸਾਲ ਪਹਿਲੇ ਇਹ ਜਿਹੜਾ ਪੈਸਾ ਹੈ ਸੀਮੈਂਟ 200 ਰੁਪਏ ਬੋਰੀ ਸੀ, ਇਹ 3500 4000 ਸੀ। ਅੱਜ ਤੱਕ ਵੀ ਮਤਲਬ ਉਹ ਨਹੀਂ ਲੱਗਾ, ਕੁਛ ਨਾ ਕੁਛ ਉਹ ਸਟੈਂਡਿੰਗ ਅਮਾਉਂਟ ਵੀ ਆ, ਜਿਹੜੀ ਨਹੀਂ ਲੱਗੀ ਤੇ ਜਿਹੜੀ ਲੱਗੀ ਆ ਉਹ ਵੀ ਠੀਕ ਤਰੀਕੇ ਨਾਲ ਨਹੀਂ ਲੱਗੀ। ਇਹ ਪੈਸਾ ਮੈਨੂੰ ਤੁਸੀਂ ਦੇਖੋ ਨਾ, ਡਿਵੈਲਪਮੈਂਟ ਜੋ ਹੁੰਦੀ ਹੈ ਕਿ ਅਸੀਂ ਕੋਈ ਨਵੀਂ ਚੀਜ਼ ਕ੍ਰੀਏਟ ਕੀਤੀ। ਨਵਾਂ ਕੀ ਹੈ? ਅਸੀਂ ਤਾਂ ਅੱਜ ਸੜਕਾਂ ਲੱਭਦੇ ਪਏ, ਅੱਜ ਵੀ ਸੀਵਰੇਜ ਦੀ ਗੱਲ ਕਰਦੇ ਹਾਂ। ਨਵਾਂ ਜਿਸ ਤਰ੍ਹਾਂ ਹੁਣ ਹਸਨੀਡਾ ਕਰ ਰਹੇ ਨੇ, ਹਸਨੀਡਾ ਕੁਝ ਕਰਨ ਦੇ, ਇਹ ਨਵੇਂ ਪ੍ਰੋਜੈਕਟ ਦੇ ਵਿੱਚ ਆਇਆ ਕੋਈ 450 ਕਰੋੜ ਦੇ ਵਿੱਚ ਹੀ? ਨਹੀਂ, ਇਹ ਨਵਾਂ ਹੈ ਜੀ। ਇਹ ਮੈਂ 450 ਕਰੋੜ ਦੇ ਬਾਅਦ ਦੀ ਗੱਲ ਹੋਇਆ। ਉਹਦੇ ਬਾਅਦ 200 ਕਰੋੜ ਰੁਪਏ ਹੋਰ ਐਲੋਕੇਟ ਹੋ ਗਿਆ। 150 ਕਰੋੜ ਅਮਿਤ ਯੋਜਨਾ, 40 ਕਰੋੜ ਰੁਪਏ ਇਹਨਾਂ ਨੇ ਕੋਈ ਸਾਡੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੀ ਸੈਲੀਬ੍ਰੇਸ਼ਨ ਤੋਂ ਪੈਸੇ ਇਹਨਾਂ ਨੇ ਅਲਾਟ ਕੀਤੇ ਸੀ ਬਟਾਲੇ ਵਾਸਤੇ, ਉਹ ਆਏ। ਤੇ 50 ਕਰੋੜ ਰੁਪਏ ਉਹ ਨਵਾਂ ਇਹਨਾਂ ਨੇ ਹੋਰ ਇਹਨਾਂ ਨੇ ਸੀਵਰੇਜ ਡਿਵੈਲਪਮੈਂਟ ਰਿਪੇਅਰ ਵਾਸਤੇ, ਸੀਵਰੇਜ ਰਿਪੇਅਰ ਵਾਸਤੇ 50 ਕਰੋੜ ਰੁਪਏ ਹੋਰ ਐਲੋਕੇਟ ਹੋਇਆ। ਤੇ ਇਹ ਜਿਹੜਾ 250 ਕਰੋੜ ਰੁਪਏ ਵੱਖਰਾ ਵਾ। ਲੇਕਿਨ ਅੱਜ 1150 ਕਰੋੜ ਰੁਪਇਆ ਇਸ ਸ਼ਹਿਰ ਦੇ ਵਿੱਚ ਲੱਗਿਆ। ਪਿਛਲੇ 13-14 ਸਾਲਾਂ ਵਿੱਚ 1150 ਕਰੋੜ ਰੁਪਇਆ ਲੱਗਿਆ ਤੇ ਕਿਤੇ ਨਜ਼ਰ ਆਉਂਦਾ ਤੁਹਾਨੂੰ? ਅੱਛਾ ਸੇਖੜੀ ਸਾਹਿਬ, ਇੱਕ ਤੁਹਾਨੂੰ ਮੈਂ ਕੁਐਸਚਨ ਹੋਰ ਪੁੱਟ ਕਰਨਾ ਚਾਹੁੰਦਾ ਹਾਂ ਵੀ ਜਿਸ ਤਰ੍ਹਾਂ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਜੀ ਅਸ਼ਵਨੀ ਸ਼ੇਖੜੀ ਜੀ ਜਿਹੜੀ ਆ ਉਹ ਕਾਂਗਰਸ ਨੂੰ ਬਿਲੋਂਗ ਕਰਦੇ ਨੇ, ਬੜੀ ਦੇਰ ਤੋਂ ਕਾਂਗਰਸ ਦੇ ਨਾਲ ਜਿਹੜੀ ਸੇਵਾ ਨਿਭਾ ਰਹੇ ਬਟਾਲਾ ਵਾਸੀਆਂ ਵਾਸਤੇ। ਤੁਸੀਂ ਜਿਹੜਾ ਵਾ ਉਹ ਹੁਣ ਅਕਾਲੀ ਸਰਕਾਰ ਨੂੰ ਮਤਲਬ ਇੱਧਰੋਂ ਦੂਸਰੇ ਕਰ ਲਿਆ, ਉਹ ਬਿਲਕੁਲ ਆਪੋਜਿਟ ਸਰਕਾਰ ਨਾਲ ਤੁਸੀਂ ਜੁੜਨ ਜਾ ਰਹੇ ਜੀ। ਇਹ ਕੀ ਕਾਰਨ ਰਹੇ ਇਹੋ ਜਿਹੇ? ਤੁਸੀਂ ਇੱਕ ਪਰਿਵਾਰ ਦੇ ਹੋ ਕੇ ਜਿਹੜਾ ਵਾ ਉਹ ਅਕਾਲੀ ਆ ਤੇ ਉਹ ਕਾਂਗਰਸੀ ਤੇ ਤੁਸੀਂ ਅਕਾਲੀ। ਦੇਖੋ, ਇਨਸਾਨ ਜਿਸ ਤਰ੍ਹਾਂ ਵੱਡਾ ਹੁੰਦਾ ਤੇ ਦੋ ਰਸਤੇ ਹੁੰਦੇ, ਇੱਕ ਮਾੜਾ ਇੱਕ ਚੰਗਾ। ਤੇ ਮੈਂ ਹਮੇਸ਼ਾ ਹੀ ਚੰਗੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕੀਤੀ। ਜਿਹੜੇ ਮੇਰੇ ਸਵਰਗੀ ਫਾਦਰ ਸਾਹਿਬ ਸ਼੍ਰੀ ਵਿਸ਼ਵਾਮਿਤਰ ਸੇਖੜੀ ਜੀ MLA ਵੀ ਰਹੇ ਨੇ, MLC ਵੀ ਰਹੇ ਨੇ, ਔਰ ਲੋਕਾਂ ਦੀ ਸੇਵਾ ਦੇ ਵਿੱਚ ਵੀ ਉਹਨਾਂ ਨੇ, ਲੋਕੀ ਅੱਜ ਵੀ ਉਹਨਾਂ ਨੂੰ ਯਾਦ ਕਰਦੇ। ਮੈਂ ਉਹਨਾਂ ਦਾ ਰਸਤਾ ਬਣਾਇਆ ਉਹ ਤੇ ਮੈਂ ਚੱਲਦਾ ਪਿਆ। ਔਰ ਤੁਸੀਂ ਕਾਂਗਰਸ ਸਰਕਾਰ ਨੂੰ ਮਾੜਾ ਕਿਉਂ ਕਹਿੰਦੇ ਜੀ? ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਚੰਗੇ ਰਸਤੇ 'ਤੇ ਚੱਲ ਰਿਹਾ ਤੇ ਟ੍ਰੀਟਮੈਂਟ ਵੀ ਉਹ ਕਾਂਗਰਸ ਸਰਕਾਰ ਇਹਨਾਂ ਨਾਲ ਮਾੜੀ ਹੈ। ਦੇਖੋ, ਤੁਸੀਂ ਇਹ ਦੇਖੋ, ਕਾਂਗਰਸ ਸਰਕਾਰ ਦਾ ਚੀਫ ਮਿਨਿਸਟਰ 4.5 ਸਾਲ ਨਾ ਲੋਕਾਂ ਨੂੰ ਮਿਲਿਆ, ਨਾ ਸਰਕਾਰੀ ਦਫ਼ਤਰ ਗਿਆ, ਨਾ ਕਿਸੇ ਦਾ ਕੰਮ ਕੀਤਾ, ਨਾ ਆਪਣੇ MLA ਨੂੰ ਮਿਲਦਾ, ਨਾ ਕੈਬਨਿਟ ਮੰਤਰੀ ਨੂੰ ਮਿਲਦਾ, ਨਾ ਆਪਣੇ ਵਰਕਰਾਂ ਨੂੰ ਮਿਲਦਾ, ਨਾ ਕਿਸੇ ਆਮ ਬੰਦੇ ਨੂੰ ਮਿਲਦਾ। ਇਹ ਕੋਈ ਡਿਕਟੇਟਰਸ਼ਿਪ ਹੈ? ਇਲੈਕਟਿਡ ਰਿਪਰੈਜ਼ੈਂਟੇਟਿਵ ਨੇ, ਇਹ ਲੋਕਾਂ ਦੇ ਸੇਵਾਦਾਰ ਨੇ ਸਾਰੇ। ਇਹ ਬੰਦੇ ਕਿਸੇ ਨੂੰ ਪਰਵਾਹ ਹੀ ਨਹੀਂ ਕਰਦੇ ਜਦੋਂ ਬਣ ਜਾਂਦੇ ਨੇ। ਕੋਈ ਸਵਾਲ ਇਹਨਾਂ ਨੂੰ ਫੰਡ ਦੀ ਦੁਰਵਰਤੋਂ ਕਿਸ ਤਰ੍ਹਾਂ ਕਰਨੀ ਹੈ, ਉਹਨਾਂ ਪੈਸਿਆਂ ਦੇ ਵਿੱਚੋਂ ਕਿਸ ਤਰ੍ਹਾਂ ਇਹਨਾਂ ਨੇ ਮੁਨਾਫੇ ਕਮਾਣੇ ਨੇ, ਇਹਦੇ ਇਲਾਵਾ ਕੰਮ ਹੀ ਕੋਈ ਨਹੀਂ ਹੈ। ਪੰਜਾਬ ਸਾਡਾ ਇਹ 5 ਸਾਲ ਜਿਹੜਾ ਨਿਕਲੇ ਨੇ, ਘੱਟ ਤੋਂ ਘੱਟ 15 ਸਾਲ ਪਿੱਛੇ ਚਲਾ ਗਿਆ। ਜਿਸ ਸਟੇਜ ਦੇ ਉੱਤੇ ਅਕਾਲੀ ਦਲ ਸਰਕਾਰ ਨੇ ਛੱਡਿਆ ਸੀ ਸਾਡੇ ਪੰਜਾਬ ਨੂੰ, ਜਿੱਥੇ ਅਸੀਂ ਸਾਰੇ ਪੰਜਾਬ 'ਚ 4-ਵੇ ਲੇਨ ਬਣਾ ਕੇ ਦਿੱਤੀਆਂ, ਜਿੱਥੇ ਅਸੀਂ ਇੰਫਰਾਸਟ੍ਰਕਚਰ ਉੱਥੇ ਅੰਮ੍ਰਿਤਸਰ ਵਿੱਚ ਬਣਾਇਆ। ਤੁਸੀਂ ਲੁਧਿਆਣਾ ਇੰਫਰਾਸਟ੍ਰਕਚਰ ਦੇਖੋ, ਤੁਸੀਂ ਜਲੰਧਰ ਇੰਫਰਾਸਟ੍ਰਕਚਰ ਦੇਖੋ, ਤੁਸੀਂ ਛੋਟੇ ਪਿੰਡ ਦੇਖੋ, ਹਰ ਥਾਂ ਦੇ ਉੱਤੇ ਅਕਾਲੀ ਦਲ ਦੇ ਕੰਮ ਦੀ ਛਾਪ ਹੈ। ਪਾਵਰ ਜਨਰੇਸ਼ਨ ਦੇਖ ਲਓ, ਸਾਡੇ ਪ੍ਰਧਾਨ ਜੀ ਨੇ ਜੋ ਕੀਤਾ, ਜੋ ਸਾਡੇ ਜਿਹੜੇ ਰਹਿਨੁਮਾ ਨੇ, ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਦੀ ਜਿਹੜੀ ਸੋਚ ਹੈ, ਸੇਵਾ, ਰਾਜ ਨਹੀਂ ਸੇਵਾ। ਪਬਲਿਕ ਦਰਬਾਰ ਲੱਗਦੇ ਸੀ, ਆਮ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਦੁੱਖ ਤਕਲੀਫਾਂ ਸੁਣੀਆਂ ਜਾਂਦੀਆਂ, ਆਮ ਲੋਕਾਂ ਦਾ ਔਨ ਸਪੌਟ ਡਿਸੀਜਨ ਹੁੰਦਾ। ਸਾਡੇ ਪ੍ਰਧਾਨ ਜੀ ਨੇ ਗਵਰਨਮੈਂਟ ਦਾ ਆਮ ਇਨਸਾਨ ਉੱਤੇ ਜਿਹੜਾ ਇਫੈਕਟ ਹੈ, ਉਹਨੂੰ ਜਿਹੜਾ ਆਫਿਸਰਸ ਨਾਲ ਇੰਟਰੈਕਸ਼ਨ ਸੀ, ਆਨਲਾਈਨ ਸੇਵਾ ਕੇਂਦਰ ਖੋਲ ਕੇ ਸਾਰੇ ਪੰਜਾਬ 'ਚ ਦਿੱਤੇ ਕਿ ਲੋਕਾਂ ਦੀ ਜਿਹੜੀ ਅਸੁਵਿਧਾ ਹੈ ਉਹਨੂੰ ਖਤਮ ਕੀਤਾ ਜਾਵੇ। ਕਾਂਗਰਸ ਸਰਕਾਰ ਨੇ ਆਉਂਦੇ ਸਭ ਤੋਂ ਪਹਿਲਾਂ ਕੰਮ ਕੀਤਾ ਕਿ ਇਹਨਾਂ ਨੇ ਆਉਂਦੇ ਸਾਰੇ ਸੇਵਾ ਕੇਂਦਰ ਬੰਦ ਕਰਤੇ। ਸੇਵਾ ਕੇਂਦਰ ਬੰਦ ਕਰਨ ਇਲਾਵਾ ਜਿਹੜੇ 2-4 10-50 ਕਿਤੇ ਚੱਲਦੇ ਪਏ ਨੇ, ਉੱਥੇ ਫੀਸਾਂ ਹੀ ਇੰਨੀਆਂ ਕਰਤੀਆਂ। ਜਿਹੜਾ ਕੰਮ 50 ਰੁਪਏ ਦਾ ਸੀ ਉਹਦਾ 500 ਕਰਤਾ, ਜਿਹੜਾ 100 ਸੀ ਉਹਦਾ 1000 ਕਰਤਾ। ਲੰਬੀਆਂ ਲਾਈਨਾਂ ਲੱਗੀਆਂ, ਅਫਸਰ ਕੰਮ ਕੋਈ ਨਹੀਂ ਕਰਦਾ, ਲੋਕੀ ਤਰਾਹ ਕਰ ਰਹੇ ਨੇ। ਇਹ ਕੋਈ ਡੈਮੋਕ੍ਰੇਸੀ ਹੈ? ਕੌਣ ਇਹੋ ਜਿਹੇ ਦੇਖੋ,
अकाली दल भी 100 साल पुरानी पार्टी है और मैं बचाते खुद बहुत इंप्रेस्ड है अपने प्रधान जी सरदार सुखबीर सिंह बादल जी की विजन को। मैं उन्होंने 10 साल जो काम देखे जो रहे डिप्टी चीफ मिनिस्टर, किस तरह उन्होंने पावर सरप्लस की है, किस तरह उन्होंने सड़क बनाई है, किस तरह तुम हैरिटेज स्ट्रीट देखो साढ़े गोल्डन टैंपल से शायद पुराना गोल्डन टैंपल देखा नहीं जो इस वे जो नजर आता है क्या उन्होंने फर्स्ट क्लास ਆਪਾਂ ਚਲੋ ਗੋਲਡਨ ਟੈਂਪਲ ਸਾਡੇ ਵੀ ਬਟਾਲੇ ਦੇ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਕੰਨ ਸਾਹਿਬ ਆ ਜਿਹਨੂੰ ਕਿਸੇ ਵੀ ਸਰਕਾਰ ਨੇ ਬਹੁਤਾ ਉਧਰ ਧਿਆਨ ਨਹੀਂ ਦਿੱਤਾ ਜਿਹੜਾ ਸ਼ਹਿਰ ਦੇ ਵਿੱਚ ਆ। ਆਪਾਂ ਜੇ ਮੰਨ ਲਓ ਦੁਬਾਰਾ ਤੁਹਾਨੂੰ ਇੱਥੋਂ ਐਮਐਲਏ ਦੀ ਤੁਸੀਂ ਮਤਲਬ ਸੀਟ ਤੇ ਜਿੱਤ ਹਾਸਲ ਕਰਦੇ ਬਟਾਲੇ ਵਾਸਤੇ ਤੁਸੀਂ ਕੀ ਕਰੋਗੇ, ਗੁਰਦੁਆਰਾ ਸਾਹਿਬ ਵਾਸਤੇ ਜਾਂ ਕੋਈ ਹੋਰ ਸ਼ਹਿਰ ਵਾਸੀਆਂ ਵਾਸਤੇ ਕੀ ਕਰੋਗੇ ਤੁਸੀਂ? देखो मैं सब तो पहला यही काम करना है, मेरा शहर 550 साल ज़्यादा पुराना शहर है, अमृतसर में भी पुराना शहर है। मैं इस शहर की और किसी टाइम से साढ़े इलाके की ये कैपिटल भी होंगी बटाला। मैं इस शहर को यदी पुरानी गलोरी से ले जाना चाहता, वो वास्ते सब तो पहला काम तो मैं मास्टर प्लान यदा बनवाऊंगा। मैं कड़ी और मैं कोई सालाना प्लान प्रोग्राम नहीं बनावागा, मैं बैठागा उत्थे अपने लोगों की जरूरतों सामने रखते हुए जो मेरी सोच है उस हिसाब से इस प्लान बनावागा। और जो साडा गुरुद्वारा कंन साहब है, चाहे साढ़े इतने माता का मंदिर है, कालीद्वारा साढ़े माता का मंदिर है, सतकरतारी गुरुद्वारा है, अचल साहब है, असी एक बहुत बड़ा हिस्टोरिकल टाउन है साडा। ਕਿਤੇ ਨਾ ਕਿਤੇ ਡਿਵੈਲਪਮੈਂਟ ਦਾ ਕਿਤੇ ਨਾ ਕਿਤੇ ਕੋਈ ਇਹ ਵੀ ਕਾਰਨ ਰਿਹਾ ਵਾ ਵੀ ਜਿਸ ਤਰ੍ਹਾਂ ਹੁਣ ਕਾਂਗਰਸੀ ਸਰਕਾਰ ਆ ਤੇ ਸਾਡੇ ਬਟਾਲਾ ਹਲਕੇ ਦੇ ਵਿੱਚ ਐਮਐਲਏ ਜਿਹੜਾ ਵਾ ਉਹ ਅਕਾਲੀ ਹੈ ਤੇ ਜਦੋਂ ਉੱਪਰ ਸਰਕਾਰ ਅਕਾਲੀਆਂ ਦੀ ਹੁੰਦੀ ਤੇ ਉਦੋਂ ਸਾਡਾ ਹਲਕਾ ਵਿਧਾਇਕ ਜਿਹੜਾ ਉਹ ਕਾਂਗਰਸੀ ਹੁੰਦਾ। ਇਹ ਚੀਜ਼ਾਂ ਨੂੰ ਕੋਈ ਨਾ ਕੋਈ ਇਫੈਕਟ ਪਿਆ ਜਿਹੜਾ ਉਹਦੀ ਕਿਤੇ ਨਾ ਕਿਤੇ ਮਾਡਲ ਬਣ ਦੇ ਵਿੱਚ ਬਟਾਲਾ ਮਾਡਲ ਬਣ ਚ ਉਹਦੀ ਡਿਵੈਲਪਮੈਂਟ ਚ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਰਾਹ ਚ ਰੋੜਾ ਬਣਿਆ? ਨਹੀਂ, ਮੈਂ ਇਸ ਗੱਲ ਨਾਲ ਤੁਹਾਡੇ ਨਾਲ ਐਗਰੀ ਨਹੀਂ ਕਰਦਾ। ਜਿਹੜਾ ਐਮਐਲਏ ਹੁੰਦਾ ਉਹਦੀ ਜਿਹੜੀ ਪ੍ਰੋਟੋਕਾਲ ਹੈ ਚੀਫ ਸੈਕਟਰੀ ਦੇ ਬਰਾਬਰ। ਤੁਸੀਂ ਪੁਰਾਣੇ ਜਿਹੜੇ ਰਿਕਾਰਡ ਕਢਾ ਕੇ ਦੇਖ ਲਓ, ਮੈਂ ਤੁਹਾਨੂੰ 450 ਕਰੋੜ ਰੁਪਏ ਕਿਹਾ ਸਾਡੇ ਬਟਾਲੇ 'ਚ ਆਇਆ, ਉਹ ਪੈਸਾ ਆਇਆ ਨਹੀਂ। ਉਹ ਸਰਕਾਰ ਅਕਾਲੀ ਭਾਜਪਾ ਸਰਕਾਰ ਰਹੀ ਹੈ, ਉਹ ਜਿਹੜੇ ਪੈਸੇ ਆਏ ਆ ਉਹ ਜਿਹੜੇ ਜਿੱਦਾਂ ਤੁਸੀਂ ਦੱਸ ਰਹੇ 450 ਕਰੋੜ ਰੁਪਏ ਆਇਆ, ਇਹ ਰਿਸਪੌਂਸਿਬਿਲਿਟੀ ਐਮਐਲਏ ਦੀ ਹੁੰਦੀ ਹੈ ਕਿ ਉਹਦੀ ਡਿਵੈਲਪਮੈਂਟ ਕਰਾਉਣੀ ਹੈ ਤਾਂ ਉਹਦਾ ਖਰਚਾ ਕਰਾਉਣਾ? ਇਹ ਰਿਸਪੌਂਸਿਬਿਲਿਟੀ ਤੇ ਸਾਰੇ ਜਿੰਨੇ ਇਲੈਕਟਿਡ ਰਿਪਰੈਜ਼ੈਂਟੇਟਿਵ ਉਹਨਾਂ ਦੀ ਹੈ, ਬਟ ਕਿਸੇ ਨਾ ਕਿਸੇ ਨੇ ਤੇ ਲੀਡ ਕਰਨਾ ਹੈ। ਐਮਐਲਏ ਜਿਹੜਾ ਨੰਬਰ 1 ਹੈ ਸ਼ਹਿਰ ਦੇ ਵਿੱਚ, ਜਿਹਨੇ ਇਸ ਚੀਜ਼ ਲਈ ਇੱਕ ਵਿਜ਼ਨ ਕੈਰੀ ਕਰਨੀ ਕਿ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਕਿਵੇਂ ਕਰਾਉਣੀ ਹੈ, ਲੋਕਾਂ ਦੀ ਤਸੱਲੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ ਕਿ 450 ਕਰੋੜ ਰੁਪਇਆ ਹੋਵੇ ਸਾਡੇ ਸ਼ਹਿਰ 'ਚ ਆਇਆ ਹੋਵੇ ਤੇ ਕੋਈ ਸਟਰੀਟ ਲਾਈਟ ਦੇਖੋ ਕਦੇ ਕਿਤੇ ਖੰਭੇ ਟੁੱਟੇ ਹੈ, ਕਿਤੇ ਬੱਤੀਆਂ ਬੁਝੀਆਂ, ਕੋਈ ਹੈ ਹੀ ਨਹੀਂ, ਕੋਈ ਸਿਸਟਮ ਹੀ ਨਹੀਂ ਰਿਹਾ। ਇੰਨਾ ਸਿਸਟਮ ਕਲੈਸ਼ ਤੇ ਇੰਨਾ ਮਾੜਾ ਸਿਸਟਮ ਤੇ ਮੈਂ ਕਦੇ ਦੇਖਿਆ ਹੀ ਨਹੀਂ। ਸਿੰਘ ਸਾਹਿਬ ਸੌਰੀ, ਜਿਸ ਤਰ੍ਹਾਂ ਹੁਣ ਵੀ ਆਪਣੇ ਕਾਂਗਰਸੀ ਸਰਕਾਰ ਆ, ਮੌਜੂਦਾ ਇੱਥੇ ਐਮਐਲਏ ਜਿਹੜਾ ਵਾ ਉਹ ਅਕਾਲੀ ਆ ਲਖਬੀਰ ਸਿੰਘ ਲੋਧੀਨਗਰ, ਲੇਕਿਨ ਬਟਾਲੇ ਵੱਲ ਜ਼ਿਆਦਾਤਰ ਜਿਹੜਾ ਧਿਆਨ ਦੇ ਰਹੇ ਬਾਜਵਾ ਸਾਹਿਬ ਦੇ ਰਹੇ ਆ, ਡਿਵੈਲਪਮੈਂਟ ਵੱਲ ਜਿੰਨਾ ਵੀ ਧਿਆਨ ਉਹ ਬਾਜਵਾ ਸਾਹਿਬ ਕਰ ਰਹੇ ਆ। ਕਿ ਲੋਧੀਨਗਰ ਸਾਹਿਬ ਨੇ ਨਾ ਤੇ ਕਦੀ ਉਹਦੇ ਕੰਮ 'ਚ ਇੰਟਰਫੇਰੈਂਸ ਕੀਤੀ ਹੈ, ਨਾ ਉਹਨਾਂ ਨੇ ਕਦੀ ਉਸ ਚੀਜ਼ 'ਚ ਨੁਕਸ ਕੱਢਿਆ, ਨਾ ਉਹਨਾਂ ਨੇ ਕਦੀ ਪਬਲਿਕ ਦੇ ਸਾਹਮਣੇ ਆਣ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਗਲਤ ਕੰਮ ਹੋ ਰਿਹਾ। ਦੇਖੋ ਇੱਕ ਗੱਲ ਤੁਸੀਂ ਸਮਝੋ, ਜਿਸ ਸਕੇਲ ਤੇ ਕੰਮ ਹੋ ਰਿਹਾ ਹੈ, ਲੋਧੀਨਗਰ ਸਾਹਿਬ ਜੀ ਦਾ ਅਪਰੂਵਲ ਦੇ ਵਿੱਚ ਇਹਦੇ 'ਚ ਰੋਲ ਹੈ। ਪੈਸੇ ਆਣੇ ਚਾਹੀਦੇ, ਇਲਾਕੇ 'ਚ ਲੱਗਣੇ ਚਾਹੀਦੇ, ਉਹਨਾਂ ਦੀ ਪੋਜ਼ਿਟਿਵ ਸੋਚ ਹੈ। ਉਹ ਵਾਹ ਲੁੱਟਣ ਵਾਸਤੇ ਉਹ ਉਹਨਾਂ ਦੀ ਸੋਚ ਨਹੀਂ ਹੈ ਕਿ ਮੈਂ ਆ ਕੇ ਕਿਸੇ ਚੀਜ਼ ਨੂੰ ਐਵੇਂ ਅਨਪੜ੍ਹ ਪਰ ਅਸੀਂ ਕਿਸੇ ਨੂੰ ਬਲੇਮ ਕਰਦੇ ਰਹੀਏ। ਸਾਡੀ ਉਹ ਸੋਚ ਨਹੀਂ ਹੈ, ਨਾ ਸਾਡੀ ਪਾਰਟੀ ਦੀ ਇਹ ਸੋਚ ਹੈ। ਪੈਸਾ ਆਇਆ, ਪੈਸੇ ਦੀ ਪ੍ਰੋਪਰ ਯੂਟਿਲਾਈਜੇਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਇਸ ਚੀਜ਼ ਨੂੰ ਇੰਸ਼ੋਰ ਕਰਾਉਣ ਵਾਸਤੇ ਵੀ ਲੋਧੀਨਗਰ ਸਾਹਿਬ ਨੇ ਪਿੱਛੇ ਤੁਹਾਨੂੰ ਯਾਦ ਹੈਗਾ ਇੱਕ ਇੰਟਰਵਿਊ ਕੀਤੀ ਸੀ ਜਿਸ 'ਚ ਉਹਨਾਂ ਦੱਸਿਆ ਸੀ ਕਿਸ ਲੈਵਲ ਦੀ ਕਰਪਸ਼ਨ ਹੋ ਰਹੀ। ਉਹਨਾਂ ਨੇ ਵੀਡੀਓ ਵੀ ਸ਼ੇਅਰ ਕੀਤੀਆਂ ਸੀ। ਉਹ ਆਪਣੀ ਜ਼ਿੰਮੇਵਾਰੀ ਉਹਨਾਂ ਨੇ ਤੈਅ ਦਿੱਤੀ ਨਿਭਾਈ ਹੈ। ਬਟ ਇਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਮੈਂ ਇੱਥੇ ਦਾ ਜਨਮ ਪਾਲਿਆ, ਜਿਸ ਤਰ੍ਹਾਂ ਤੁਸੀਂ ਇੱਥੇ ਰਹਿਣ ਵਾਲੇ ਹੋ, ਜੋ ਸਾਨੂੰ ਇਸ ਇਲਾਕੇ ਦੀਆਂ ਜ਼ਰੂਰਤਾਂ ਦਾ ਪਤਾ ਹੈ ਜਾਂ ਲੋਕਾਂ ਦੀ ਸੋਚ ਦੇ ਬਾਰੇ ਪਤਾ ਹੈ ਜਾਂ ਸਾਨੂੰ ਕਿਸ ਤਰ੍ਹਾਂ ਮੇਰੀ ਨੈਕਸਟ ਵਿਜ਼ਨ ਬਣਨੀ ਚਾਹੀਦੀ ਹੈ, ਉਹ ਚੀਜ਼ ਜਿਹੜੀ ਹੈ ਬਿਕੋਜ਼ ਲੋਧੀਨਗਰ ਸਾਹਿਬ ਫਤਿਹਗੜ੍ਹ ਚੂੜੀਆਂ ਨਾਲ ਜ਼ਿਆਦਾ ਉੱਥੇ ਕੰਮ ਕਰਦੇ ਰਹੇ ਜਾਂ ਪਿੰਡੂ ਇਲਾਕੇ ਦੇ ਵਿੱਚ ਜ਼ਿਆਦਾ ਉਹਨਾਂ ਨੇ ਕੰਮ ਕੀਤਾ, ਉਹਨਾਂ ਦੀ ਸੋਚ ਉੱਧਰਲੇ ਪਾਸੇ ਹੈ। ਜਿਹੜੇ 60-65 ਪਿੰਡ ਸਾਡੇ ਇਲਾਕੇ 'ਚ ਪੈਂਦੇ ਨੇ ਉਹਨਾਂ ਨੇ ਸ਼ਹਿਰ ਨੂੰ ਵਧੀਆ ਬਣਾ ਦਿੱਤੇ, ਬਟ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੈ ਉਹਦੀ ਪਲੈਨਿੰਗ ਵਾਸਤੇ ਇੱਕ ਹੋਰ ਮੇਜਰ ਜਿਹੜਾ ਇੱਕ ਇਨਫਰਾਸਟ੍ਰਕਚਰ ਜਾਂ ਬਿਊਰੋਕ੍ਰੈਟਿਕ ਸੈਟਅਪ ਚਾਹੀਦਾ ਸੀ ਜਿਹੜੇ ਪ੍ਰੋਪਰ ਪਲਾਨ ਕਰਦੇ, ਜਿੱਥੇ ਸਾਡੇ ਕੋਲ ਕਮੀ ਰਹਿ ਗਈ। ਉਹਦੇ ਵਿੱਚ ਵੀ ਪੈਸੇ ਅਲਾਟ ਕਰਵਾਏ ਉਹਨਾਂ ਨੇ, ਉਹਦੀ ਇੰਪਲੀਮੈਂਟੇਸ਼ਨ ਇਹ ਨਲਾਇਕ ਸਰਕਾਰ ਨੇ ਇੰਨੀ ਦੇਰ ਕਰ ਦਿੱਤੀ। ਜਿਹੜਾ 2016 ਦਾ ਪ੍ਰੋਜੈਕਟ ਪਾਸ ਹੋਇਆ ਅੰਮ੍ਰਿਤ ਯੋਜਨਾ ਦਾ, ਅੱਜ 6 ਸਾਲ ਹੋ ਗਏ ਆ ਉਹਦੇ ਟੈਂਡਰ ਲਾ ਕੇ ਕੰਮ ਹਾਲੇ ਹੋਣਾ ਸ਼ੁਰੂ ਹੋਇਆ। ਇਸ ਤਰ੍ਹਾਂ ਜਿਹੜੀ ਚੀਜ਼ਾਂ ਅਪਰੂਵ ਹੋਈਆਂ ਹੋਣ
ਉਹਨਾਂ ਨੇ ਟੈਂਡਰ ਲਾ ਕੇ ਕੰਮ ਅਲਾਟ ਕਰਨ ਨੂੰ ਜਿਹੜੀ ਸਰਕਾਰ ਨੇ ਲਾਤੇ 5-4.5 ਸਾਲ, ਉਹ ਸਰਕਾਰ ਨੇ ਕੀ ਕੰਮ ਕੀਤਾ ਇਸ ਇਹ ਤਾਂ ਬਿਲਕੁਲ ਹੀ ਜਿਹਨੂੰ ਕਹਿੰਦੇ ਆ ਨਾ ਨਖਿੱਤ ਕੰਮ ਕਰਨਾ, ਜਿਹੜਾ ਕੰਮ ਅੱਜ ਤੋਂ 5 ਸਾਲ ਪਹਿਲੇ ਹੋਣਾ ਸੀ। ਮੇਰੇ ਸ਼ਹਿਰ ਦਾ ਕੰਮ 5 ਸਾਲ ਲੇਟ ਹੋਇਆ ਤੇ ਸਫਰ ਕੌਣ ਕਰ ਰਿਹਾ? ਮੈਂ ਸ਼ਹਿਰ 'ਚ ਰਹਿਣ ਵਾਲਾ, ਮੇਰਾ ਸਾਰਾ ਇਲਾਕਾ ਸਫਰ ਕਰ ਰਿਹਾ, ਮੇਰੇ ਸਾਰੇ ਜ਼ਰੂਰਤਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਸਾਡੇ ਬੱਚਿਆਂ ਦੀ। ਅੱਜ ਅਸੀਂ ਇਹੀ ਪ੍ਰੋਜੈਕਟ ਪਹਿਲੇ 5 ਸਾਲ ਪਹਿਲੇ ਪੂਰਾ ਕੀਤਾ ਹੁੰਦਾ, ਅੱਜ ਸਾਡਾ ਨੈਕਸਟ ਫੇਜ਼ ਹੁੰਦਾ ਪਲੈਨਿੰਗ। ਇੰਡਸਟਰੀ ਬਾਰੇ ਮੈਨੂੰ ਪੁੱਛਿਆ ਸੀ, ਜਿਹੜਾ ਮੈਂ ਜਵਾਬ ਨਹੀਂ ਦੇ ਪਾਇਆ। ਸਾਡੀ ਜਿਹੜੀ ਬਟਾਲੇ ਦੀ ਇੰਡਸਟਰੀ ਹੈ ਜਾਂ ਪੰਜਾਬ 'ਚ ਓਵਰਆਲ ਇੰਡਸਟਰੀ ਜਿਹੜੀ ਸਟੀਲ ਦੇ ਨਾਲ ਕਨੈਕਟਡ ਇੰਡਸਟਰੀ ਹੈ, ਉਹ ਸਫਰ ਕੀਤੀ ਹੈ। ਇੱਕ ਟ੍ਰੇਡ ਇਕੁਅਲਾਈਜੇਸ਼ਨ ਪਾਲਿਸੀ ਹੁੰਦੀ ਸੀ ਸੈਂਟਰਲ ਗਵਰਨਮੈਂਟ ਦੀ, ਜਿਹਦੇ ਵਿੱਚ ਜਿੰਨੇ ਮੇਨ ਪ੍ਰੋਡਿਊਸਰ ਸੀ ਸਟੀਲ ਦੇ, ਉਹ ਸਾਰੇ ਹਿੰਦੁਸਤਾਨ 'ਚ ਇੱਕ ਰੇਟ ਦੇ ਮਾਲ ਸਪਲਾਈ ਕਰਦੇ ਸੀ। ਤੇ ਅਸੀਂ ਇੱਥੋਂ ਮਾਲ ਬਣਾ ਕੇ ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਰੇਟ ਤੇ ਮਾਲ ਮਿਲਦਾ ਹੋਵੇ, ਤੇ ਬੰਦੇ ਨੂੰ ਜਿਸ ਤਰ੍ਹਾਂ ਅਸੀਂ ਸੀ ਸ਼ੋਰ ਤੋਂ ਦੂਰ ਬੈਠੇ, ਸਾਡੇ ਵਾਸਤੇ 2 ਵੇ ਟ੍ਰੇਡ ਜਿਹੜਾ ਦੇਣਾ, ਪਹਿਲੇ ਰਾ ਮਟੀਰੀਅਲ ਦਾ ਕਿਰਾਇਆ ਦਈਏ ਤੇ ਫਿਰ ਅਸੀਂ ਮਾਲ ਤਿਆਰ ਕਰਕੇ ਭੇਜੀਏ, 2 ਪਾਸੇ ਕਿਰਾਇਆ ਜਿਹੜਾ ਸਾਨੂੰ ਪੈਂਦਾ, ਉਹ ਸਾਡੇ ਸਾਰੇ ਪ੍ਰੋਫਿਟ ਖਾ ਜਾਂਦਾ। ਟ੍ਰੇਡ ਇਕੁਅਲਾਈਜੇਸ਼ਨ ਪਾਲਿਸੀ ਜਦੋਂ ਦੀ ਬੰਦ ਹੋਈ ਹੈ, ਇਹ ਕਾਂਗਰਸ ਸਰਕਾਰ ਨੇ ਬੰਦ ਕੀਤੀ। ਇਹਦੇ ਨਾਲ ਸਾਡੀ ਜਿਹੜੀ ਇੰਡਸਟਰੀ ਦੀ ਪੰਜਾਬ ਦੇ ਵਿੱਚ ਸਟੀਲ ਇੰਡਸਟਰੀ ਦੀ ਜਿਹੜੀ ਵਾਇਬਿਲਿਟੀ ਬਹੁਤ ਜ਼ਿਆਦਾ ਘਟੀ ਹੈ। ਮੈਂ ਆਪਣੇ ਪ੍ਰਧਾਨ ਜੀ ਨੂੰ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਇੰਡਸਟਰੀ ਵਾਸਤੇ ਇੱਕ ਵੱਖਰਾ ਵੀ ਡਾਕੂਮੈਂਟ ਕ੍ਰੀਏਟ ਕਰਨਾ ਹੈ ਆਪਣੇ ਮੈਨੂਫੈਕਚਰਿੰਗ ਪਲਾਨ ਵਾਸਤੇ। ਉੱਥੇ ਮੈਂ ਇਹ ਜ਼ਰੂਰ ਡਿਮਾਂਡ ਰੱਖਾਂਗਾ ਕਿ ਟ੍ਰੇਡ ਇਕੁਅਲਾਈਜੇਸ਼ਨ ਪਾਲਿਸੀ ਜਿਹੜੀ ਹੈ ਜਦ ਪੈਟਰੋਲੀਅਮ ਪ੍ਰੋਡਕਟ ਤੇ ਲਾਗੂ ਹੈ, ਜਦ ਰਿਲਾਇੰਸ ਟ੍ਰੇਡ ਇਕੁਅਲਾਈਜੇਸ਼ਨ ਪਾਲਿਸੀ ਤੇ ਕੰਮ ਕਰ ਸਕਦਾ, ਜਾਂ ਹੋਰ ਕਾਰਪੋਰੇਟ ਸੈਕਟਰ ਜਿਹੜੇ ਨੇ ਉਹ ਸਾਰੇ ਨੇ ਟ੍ਰੇਡ ਇਕੁਅਲਾਈਜੇਸ਼ਨ ਪਾਲਿਸੀ ਕੰਮ ਕਰ ਸਕਦੇ, ਤੇ ਸਾਨੂੰ ਵੀ ਸੈਂਟਰਲ ਗਵਰਨਮੈਂਟ ਦੇ ਉੱਤੇ ਇਸ ਗੱਲ ਦਾ ਦਬਾਅ ਪਾਉਣਾ ਚਾਹੀਦਾ ਕਿ ਟ੍ਰੇਡ ਇਕੁਅਲਾਈਜੇਸ਼ਨ ਪਾਲਿਸੀ ਦੁਬਾਰਾ ਰੀਸਟੋਰ ਕੀਤੀ ਜਾਵੇ। ਦੂਸਰਾ, ਬਾਰਡਰ ਡਿਸਟ੍ਰਿਕਟ ਦੇ ਵਿੱਚ ਪੰਜਾਬ ਦੇ ਵਿੱਚ, ਜਿਸ ਬਟਾਲਾ ਵੀ ਪੈਂਦਾ ਹੈ, ਡਿਸਟ੍ਰਿਕਟ ਗੁਰਦਾਸਪੁਰ ਹੈ, ਅੰਮ੍ਰਿਤਸਰ ਹੈ, ਤਰਨਤਾਰਨ ਹੈ, ਫਿਰੋਜ਼ਪੁਰ ਹੈ, ਜਿੰਨੇ ਬਾਰਡਰ ਦੇ ਡਿਸਟ੍ਰਿਕਟਸ ਨੇ, ਇਹਨਾਂ ਨੂੰ ਜਿੰਨੇ ਟੈਕਸ ਇਨਸੈਂਟਿਵਸ ਬਾਕੀ ਜਿਹੜੇ ਰਿਮੋਟ ਏਰੀਆਜ਼ ਨੂੰ ਮਿਲਦੇ ਨੇ, ਚਾਹੇ JNK ਨੂੰ ਮਿਲੇ, ਚਾਹੇ ਹਿਮਾਚਲ ਨੂੰ ਮਿਲੇ, ਚਾਹੇ ਮਨੀਪੁਰ ਨੂੰ ਮਿਲੇ, ਸਾਡੇ ਬਾਰਡਰ ਡਿਸਟ੍ਰਿਕਟਸ ਨੂੰ ਵੀ ਸੇਮ ਇਨਸੈਂਟਿਵ ਸੈਂਟਰਲ ਗਵਰਨਮੈਂਟ ਦੇਵੇ, ਜਾਂ ਅਸੀਂ ਸਟੇਟ ਗਵਰਨਮੈਂਟ ਦੇ ਵਿੱਚ ਇਸ ਗੱਲ ਦੀ ਪ੍ਰੋਜੈਕਟ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਇਲਾਕੇ ਦੀਆਂ ਸਾਰੀਆਂ ਇੰਡਸਟਰੀਆਂ ਜਿਹੜੀਆਂ ਦੁਬਾਰਾ ਰਿਵਾਈਵ ਹੋ ਸਕਣ ਔਰ ਪ੍ਰਫੁੱਲਿਤ ਹੋਣ, ਔਰ ਪੁਰਾਣੀ ਜਿਹੜੀ ਗਲੋਰੀ ਹੈ ਇੰਡਸਟਰੀ ਦੀ ਅਸੀਂ ਵਾਪਸ ਲਿਆ ਸਕੀਏ। ਕਿਸਾਨ ਧਰਨੇ ਦੇ ਬੈਠੇ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ, ਤੁਸੀਂ ਉਹਨਾਂ ਬਾਰੇ ਕੋਈ ਸੰਦੇਸ਼ ਦੇਣਾ ਚਾਹੁੰਦੇ? ਮੇਰਾ ਕਿਸਾਨ ਭਰਾਵਾਂ ਨੂੰ ਇੱਕੋ ਹੀ ਸੰਦੇਸ਼, ਜੋ ਕਿ ਮੇਰੀ ਤਾਂ ਅਪੀਲ ਆ ਉਹਨਾਂ ਨੂੰ, ਕਿ ਤੁਸੀਂ ਡਟੇ ਰਹੋ, ਅਸੀਂ ਸਾਰੇ ਤੁਹਾਡੇ ਨਾਲ ਹਾਂ। ਚਾਹੇ ਇੰਡਸਟਰੀਅਲਿਸਟ ਬਟਾਲੇ ਸ਼ਹਿਰ, ਚਾਹੇ ਅਸੀਂ ਟ੍ਰੇਡ ਨਾਲ ਕਨੈਕਟਡ ਹੈ, ਚਾਹੇ ਅਸੀਂ ਸ਼ੌਪਕੀਪਰਸ, ਅਸੀਂ ਸਾਰੇ ਸ਼ਹਿਰੀ ਭਰਾ ਤੁਹਾਡੇ ਸਾਰੇ ਇਸ ਜਿਹੜੀ ਤੁਹਾਡੀ ਚਲਦੀ ਪਈ ਮੁਹਿੰਮ ਦੇ ਵਿੱਚ ਤੁਹਾਡੇ ਨਾਲ ਹੈ, ਔਰ ਅਸੀਂ ਹਰ ਲੈਵਲ ਤੱਕ ਕੋਈ ਵੀ ਇਹਦਾ ਡੈਮੇਜਿਸ ਹੋਣ, ਅਸੀਂ ਸਾਰੇ ਸਫਰ ਕਰਨ ਨੂੰ ਤਿਆਰ ਹਾਂ, ਕਿਉਂਕਿ ਤੁਹਾਡੀ ਖੁਸ਼ਹਾਲੀ ਦੇ ਨਾਲ ਹੀ ਸਾਡੀ ਸਾਰਿਆਂ ਦੀ ਖੁਸ਼ਹਾਲੀ। ਜੇ ਰੱਬ ਨਾ ਕਰੇ ਸਾਡੇ ਫਾਰਮਿੰਗ ਸੈਕਟਰ, ਜਿਹੜਾ ਕਿ ਸਾਡੀ ਇਕਨੋਮੀ ਦਾ 90% ਦੀ ਕੰਟਰੀਬਿਊਸ਼ਨ ਫਾਰਮਿੰਗ ਸੈਕਟਰ ਦੀ, ਜਿੱਥੇ ਸਾਡੇ ਸਾਰੀ ਮੇਜਰ ਜਿਹੜੀ ਇੰਪਲੋਇਮੈਂਟ ਹੈ, ਜਾਂ ਜਿਹੜੇ ਅਸੀਂ ਸਾਰੇ ਹਿੰਦੁਸਤਾਨ ਨੂੰ ਅਸੀਂ ਗ੍ਰੀਨਰੀ ਸਰ ਕਹਿੰਦੇ ਹਾਂ ਕਿ ਸਾਡੇ ਸਾਰੇ ਹਿੰਦੁਸਤਾਨ ਨੂੰ ਅਸੀਂ ਇੱਥੋਂ ਪੇਟ ਭਰਦੇ ਹਾਂ। ਅਗਰ ਕਿਤੇ ਇਸ ਚੀਜ਼ ਨੂੰ ਇਫੈਕਟ ਕਰ ਦਿੱਤਾ ਗਿਆ ਤੇ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਉਸ ਨੁਕਸਾਨ ਦੇ ਅੱਗੇ ਨਾ ਕਿਸੇ ਦੁਕਾਨਦਾਰ ਦਾ ਕੋਈ ਨੁਕਸਾਨ ਮੈਨੇ ਰੱਖਦਾ, ਤੇ ਨਾ ਇੰਡਸਟਰੀਅਲਿਸਟ ਦਾ ਨੁਕਸਾਨ ਮੈਨੇ ਰੱਖਦਾ। ਸਾਡੀ ਸਾਰੀ ਇਕੋਨਮੀ ਐਗਰੀਕਲਚਰ ਬੇਸ ਹੈ। ਸਾਡਾ ਦੁਕਾਨਦਾਰਾਂ ਦੇ ਕੰਮ, ਸਾਡੀ ਇੰਡਸਟਰੀ ਦਾ ਕੰਮ ਜਿਹੜਾ ਹੈ, ਉਹ ਸਿਰਫ ਸਾਡੇ ਖੇਤੀਬਾੜੀ ਵਰਕ ਕਰਨ ਵਾਲੇ ਭਰਾਵਾਂ ਦੇ ਸਿਰ ਤੇ ਹੀ ਚੱਲਦਾ ਹੈ। ਉਹਨਾਂ ਦੀ ਜਿਹੜੀਆਂ ਜ਼ਰੂਰਤਾਂ ਨੇ, ਉਹਨਾਂ ਦੇ ਖਿਲਾਫ ਕਾਨੂੰਨ ਜਿਹੜੇ ਪਾਸ ਹੋਏ ਨੇ, ਇਹ ਹਰ ਸੈਂਟਰਲ ਗਵਰਨਮੈਂਟ ਨੂੰ ਹਰ ਹਾਲਤ ਦੇ ਵਿੱਚ ਹੀ ਕੈਂਸਲ ਕਰਨੇ ਚਾਹੀਦੇ ਆ, ਔਰ ਕਰਨੇ ਪੈਣੇ ਉਹਨਾਂ ਨੂੰ। ਅਸੀਂ ਉਹ ਇਸ ਦੇ ਵਿੱਚ ਜਿੱਥੇ ਸਾਨੂੰ ਕਿਸਾਨ ਭਰਾ ਕਹਿਣ, ਅਸੀਂ ਨਾਲ ਜਾ ਕੇ ਉਹਨਾਂ ਨਾਲ ਖੜੇ ਹੋ ਕੇ ਵੀ ਇਹ ਗੱਲ ਜਿਹੜੀ ਹੈ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਤਗੜੇ ਹੋ ਕੇ ਅਸੀਂ ਉਹਨਾਂ ਨਾਲ